ਹੈਲੋ एवरीवन ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਡੇਲੀ ਬੇਸ ਉੱਤੇ ਪੰਜਾਬੀ ਗ੍ਰਾਮਰ ਦੇ ਡਿਫਰੈਂਟ ਟੌਪਿਕਸ ਨੂੰ ਵਨ ਬਾਈ ਵਨ ਵਿਦ ਡਿਟੇਲ ਕਵਰ ਕਰਦੇ ਆ ਰਹੇ ਹਾਂ। ਸੋ ਆਪਣਾ ਅੱਜ ਨੈਕਸਟ ਟੌਪਿਕ ਰਹੇਗਾ। ਆਪਾਂ ਦੇਖ ਲੈਂਦੇ ਹਾਂ ਕਿ ਹੁਣ ਤੱਕ ਆਪਾਂ ਕੀ ਕਰ ਚੁੱਕੇ ਹਾਂ। ਅਗਰ ਤੁਸੀਂ ਪੰਜਾਬੀ ਗ੍ਰਾਮਰ ਨੂੰ ਪੂਰੇ ਅੱਛੇ ਤਰੀਕੇ ਦੇ ਨਾਲ ਵਿਦ ਡਿਟੇਲ ਤੇ ਦੇਖਣਾ ਚਾਹੁੰਦੇ ਹੋ ਕਿ ਗ੍ਰਾਮਰ ਦੇ ਵਿੱਚ ਕਿਸ ਤਰੀਕੇ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਟੌਪਿਕਸ ਦੇ ਵਿੱਚੋਂ ਕਿਸ ਤਰੀਕੇ ਦੇ ਪੁੱਛੇ ਜਾਂਦੇ ਨੇ, ਤੇ ਤੁਸੀਂ ਇਹਨਾਂ ਸਾਰੇ ਲੈਕਚਰਸ ਨੂੰ ਦੇਖ ਸਕਦੇ ਹੋ। ਤੇ ਤੁਸੀਂ ਇਹ ਵੀ ਦੇਖੋਗੇ ਕਿ ਨਾਲ ਤੁਹਾਨੂੰ ਕੀ ਕਰਵਾਇਆ ਜਾ ਰਿਹਾ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਵੀ ਕੁਐਸਚਨਸ ਪੰਜਾਬੀ ਗ੍ਰਾਮਰ ਦੇ ਵਿੱਚੋਂ ਪੁੱਛੇ ਜਾ ਰਹੇ ਨੇ, ਵਨ ਬਾਈ ਵਨ ਆਪਾਂ ਡਿਸਕਸ ਕਰਦੇ ਜਾ ਰਹੇ ਹਾਂ ਟੌਪਿਕ ਵਾਈਜ਼ ਟੌਪਿਕ। ਫਸਟਲੀ ਆਪਾਂ ਕੀਤਾ ਸੀ ਨਾਪ, ਦੈਨ ਉਹਦੇ ਪਿਛਲੇ ਸਾਲਾਂ ਦੇ ਵਿੱਚ ਨਾਪ ਦੇ ਵਿੱਚੋਂ ਜਿੰਨੇ ਵੀ ਕੁਐਸਚਨਸ ਪੁੱਛੇ ਗਏ ਸੀ ਆਪਾਂ ਡਿਸਕਸ ਕੀਤੇ ਸੀ। MCQ ਐਗਜ਼ਾਮੀਨਰ ਕੁਐਸਚਨ ਚੱਕਦਾ ਕਿਵੇਂ ਹੈ। ਦੈਨ ਆਪਾਂ ਪੜਨਾਂਵ ਕੀਤਾ, ਕਿਰਿਆ ਕੀਤੀ, ਵਿਸ਼ੇਸ਼ਣ ਕੀਤਾ, ਕਿਰਿਆ ਵਿਸ਼ੇਸ਼ਣ ਕੀਤੀ, ਸੰਬੰਧਕ ਕੀਤਾ, ਯੋਜਕ ਕੀਤਾ ਤੇ ਕੱਲ ਆਪਾਂ ਕੀ ਕੀਤਾ ਸੀ, ਸਾਡਾ ਜਿੰਨੇ ਵੀ ਆਪਣੇ ਟੌਪਿਕ ਹੋ ਚੁੱਕੇ ਨੇ ਵਿਸਮਿਕ ਕੀਤਾ ਸੀ, ਸੌਰੀ ਠੀਕ ਹੈ, ਕੱਲ ਆਪਾਂ ਵਿਸਮਿਕ ਕੀਤਾ ਸੀ। ਤੇ ਜਿੰਨੇ ਵੀ ਟੌਪਿਕ ਹੋ ਚੁੱਕੇ ਨੇ ਇਹ ਸਾਰੇ ਦੇ ਹੀ ਸਾਰੇ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹਦੇ ਵਿੱਚੋਂ ਤੁਹਾਨੂੰ ਐਗਜ਼ਾਮ ਦੇ ਵਿੱਚ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਣਗੇ। ਆਲਰੇਡੀ ਮੈਂ ਪ੍ਰੀਵੀਅਸ ਈਅਰ ਕੁਐਸਚਨਸ ਵੀ ਡਿਸਕਸ ਕਰਵਾ ਰਹੀ ਹਾਂ। ਜਿਵੇਂ ਅਗਰ ਤੁਹਾਡੀ ਸਪੋਰਟ ਰਹੀ ਤਾਂ ਆਪਾਂ ਹਰ ਇੱਕ ਟੌਪਿਕ ਨੂੰ ਪੰਜਾਬ ਜੀਕੇ ਐਂਡ ਪੰਜਾਬ ਗ੍ਰਾਮਰ ਨੂੰ ਇੰਨੀ ਡਿਟੇਲ ਦੇ ਨਾਲ ਇਸ ਪਲੇਟਫਾਰਮ ਦੇ ਉੱਤੇ ਡਿਸਕਸ ਕਰ ਲਾਂਗੇ ਕਿ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਇੱਕ ਹੀ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਇੱਕ ਹੀ ਜਗ੍ਹਾ ਦੇ ਉੱਤੋਂ ਮਿਲ ਜਾਣਗੀਆਂ, ਜਸਟ ਅਗਰ ਤੁਹਾਡੀ ਸਪੋਰਟ ਰਹਿੰਦੀ ਹੈ ਨਾਲ, ਠੀਕ ਹੈ। ਤੇ ਆਫਟਰ ਕਲਾਸ ਲਗਾਉਣ ਤੋਂ ਬਾਅਦ, ਦੇਖਣ ਤੋਂ ਬਾਅਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਲੈਕਚਰ ਕਿਸ ਤਰੀਕੇ ਦਾ ਲੱਗ ਰਿਹਾ ਹੈ, ਕਿੱਥੇ ਤੁਹਾਨੂੰ ਕਮੀ ਪੇਸ਼ੀ ਲੱਗ ਰਹੀ ਹੈ, ਕੋਈ ਡਾਊਟਸ ਹੈ ਤਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦੇਣਾ। ਤੇ ਇਸ ਤੋਂ ਇਲਾਵਾ ਜਿੰਨੇ ਵੀ ਲੈਕਚਰਸ ਦੀਆਂ PDFs ਨੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦੇ ਦਿੱਤਾ ਜਾਏਗਾ ਤੇ ਤੁਸੀਂ ਉਹਨਾਂ PDFs ਨੂੰ ਉਹਨਾਂ ਟੈਲੀਗ੍ਰਾਮ ਦੇ ਚੈਨਲ ਦੇ ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਸੋ ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਕਾਰਕ ਹੈ। ਐਗਜ਼ਾਮ ਪੁਆਇੰਟ ਆਫ ਵਿਊ ਨਾਲ ਜੇ ਦੇਖਾਂ ਤਾਂ ਇਹਦੇ ਵਿੱਚੋਂ ਅਗਰ 10 ਕੁਐਸਚਨ ਆਉਂਦੇ ਤਾਂ ਇੱਕ ਅੱਧਾ ਕੁਐਸਚਨ ਕਾਰਕ ਦੇ ਵਿੱਚੋਂ ਆ ਜਾਂਦਾ ਹੈ। ਬਾਕੀ ਆਪਾਂ ਮੇਨ ਟੌਪਿਕ ਜਿਹੜੇ ਮੋਸਟ ਇੰਪੋਰਟੈਂਟ ਟੌਪਿਕਸ ਨੇ ਆਪਾਂ ਕਰ ਚੁੱਕੇ ਹਾਂ। ਸੋ ਆਪਾਂ ਕਾਰਕ ਉਹ ਇੱਕ ਅੱਧਾ ਕੁਐਸਚਨ ਵੀ ਆਪਾਂ ਛੱਡ ਕੇ ਨਹੀਂ ਜਾਣਾ। ਸੋ ਆਪਾਂ ਇੰਨੇ ਸਿੰਪਲ ਵੇ ਦੇ ਨਾਲ ਅੱਜ ਪੜਾਂਗੇ ਕਿ ਕਾਰਕ ਹੈ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ। ਜੇ ਆਪਾਂ ਸਿੰਪਲ ਵਰਡਸ ਦੇ ਵਿੱਚ ਦੇਖੀਏ ਕਿ ਕਾਰਕ ਕੀ ਹੁੰਦਾ ਹੈ, ਦੇਖੋ ਕਾਰਕ ਉਹ ਸ਼ਬਦ ਹੁੰਦੇ ਨੇ, ਜਿਵੇਂ ਆਪਣੇ ਕੋਲ ਕੋਈ ਸੈਂਟੈਂਸ ਦੇਤਾ, ਠੀਕ ਹੈ, ਜਦੋਂ ਆਪਾਂ ਸਟਾਰਟ ਕਰਦੇ ਹਾਂ ਪੰਜਾਬੀ ਦੇ ਵਿੱਚ ਸੈਂਟੈਂਸ ਨੂੰ, ਠੀਕ ਹੈ, ਸੈਂਟੈਂਸ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਕਰਤਾ, ਕਿਰਿਆ, ਕਰਮ, ਆ ਤਿੰਨ ਚੀਜ਼ਾਂ ਪੜ੍ਹਦੇ ਆ ਰਹੇ ਹਾਂ ਹੁਣ ਤੱਕ। ਜਿੰਨੇ ਆਪਾਂ ਨਾਮ ਪੜਨਾਮ ਵਗੈਰਾ ਪੜ੍ਹ ਲਏ ਨੇ, ਵਿਸ਼ੇਸ਼ਣ ਪੜ੍ਹ ਲਿਆ, ਕਿਰਿਆ ਪੜ੍ਹ ਲਿਆ, ਕਿਰਿਆ ਵਿਸ਼ੇਸ਼ਣ ਪੜ੍ਹ ਲਿਆ। ਉਹਦੇ ਵਿੱਚ ਆਪਾਂ ਕੁਝ ਕੁ ਸ਼ਬਦ ਪੜ੍ਹੇ ਨੇ, ਕਿਹੜੇ ਕਿਹੜੇ ਸਾਡੇ ਸੈਂਟੈਂਸ ਦੇ ਵਿੱਚ ਕੀ ਹੁੰਦਾ ਹੈ, ਸਾਡਾ ਕਰਮ ਹੁੰਦਾ ਹੈ, ਸਾਡੀ ਕਿਰਿਆ ਹੁੰਦੀ ਹੈ ਤੇ ਸਾਡਾ ਕਰਤਾ ਹੁੰਦਾ ਹੈ। ਤੇ ਕਾਰਕ ਕੀ ਹੁੰਦਾ ਹੈ? ਕਾਰਕ ਕੀ ਹੁੰਦਾ ਹੈ? ਜੋ ਸਾਡਾ ਨਾਮ ਜਾਂ ਪੜਨਾਮ ਹੈ, ਕਿਸੇ ਵੀ ਸੈਂਟੈਂਸ ਦੇ ਵਿੱਚ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਦਾ ਸੰਬੰਧ ਉਸ ਦੇ ਵਿੱਚ ਵਾਪਰਨ ਵਾਲੇ ਦੂਸਰੀਆਂ ਕਿਰਿਆਵਾਂ, ਦੇਖੋ ਕਹਿੰਦੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਹੋਰਨਾਂ ਕਿਰਿਆ ਦੇ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ? ਕਾਰਕ ਕਿਹਾ ਜਾਂਦਾ ਹੈ। ਕਹਿੰਦੇ ਕਾਰਕ ਕੀ ਹੁੰਦੇ ਨੇ? ਦੇਖੋ ਵਾਕ ਹੈ, ਵਾਕ ਦੇ ਵਿੱਚ ਹੁੰਦਾ ਕੀ ਹੈ? ਵਾਕ ਦੇ ਵਿੱਚ ਕਿਰਿਆ ਹੁੰਦੀ ਹੈ, ਕਰਤਾ ਹੁੰਦਾ ਹੈ ਤੇ ਕਰਮ ਹੁੰਦਾ ਹੈ, ਤੇ ਉਸ ਤੋਂ ਇਲਾਵਾ ਨਾਮ ਜਾਂ ਪੜਨਾਮ ਹੁੰਦੇ ਨੇ। ਉਹੀ ਨਾਮ ਜਾਂ ਪੜਨਾਮ ਸਾਡੇ ਸਾਡਾ ਕਿਰਿਆ ਕਰਮ ਵਗੈਰਾ ਹੁੰਦੇ ਨੇ, ਠੀਕ ਹੈ, ਕਰਤਾ ਹੁੰਦੇ ਨੇ ਸਾਡੇ ਨਾਮ। ਕਹਿੰਦੇ ਵਾਕ ਦੇ ਵਿੱਚ ਜਿਹੜੇ ਵੀ ਨਾਮ ਜਾਂ ਪੜਨਾਮ ਹੁੰਦੇ ਨੇ, ਠੀਕ ਹੈ, ਜਿੰਨੇ ਵੀ ਨਾਮ ਜਾਂ ਪੜਨਾਮ, ਜੋ ਆਪਾਂ ਆਲਰੇਡੀ ਪੜ੍ਹ ਚੁੱਕੇ ਆ ਕਿ ਨਾਮ ਕੀ ਹੁੰਦਾ ਹੈ, ਪੜਨਾਮ ਕੀ ਹੁੰਦਾ ਹੈ। ਕਹਿੰਦੇ ਵਾਕ ਵਿੱਚ ਜਿੰਨੇ ਵੀ ਨਾਮ ਜਾਂ ਪੜਨਾਮ ਨੇ ਉਹਨਾਂ ਦਾ ਸੰਬੰਧ ਦੂਸਰੀਆਂ ਕਿਰਿਆਵਾਂ ਦੇ ਨਾਲ, ਜਿਹੜੇ ਵੀ ਸ਼ਬਦ ਨਾਮ ਜਾਂ ਪੜਨਾਮ ਦਾ ਸੰਬੰਧ ਦੂਸਰੀਆਂ ਕਿਰਿਆਵਾਂ ਦੇ ਨਾਲ ਪ੍ਰਗਟ ਕਰਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਕਾਰਕ ਕਿਹਾ ਜਾਂਦਾ ਹੈ। ਬਹੁਤ ਸਿੰਪਲ ਵਰਡਸ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਡੇ ਵਾਕ ਦੇ ਵਿੱਚ ਕੁਝ ਨਾਮ ਜਾਂ ਪੜਨਾਮ ਨੇ, ਉਹਨਾਂ ਦਾ ਸੰਬੰਧ ਉਸੇ ਵਾਕ ਦੇ ਵਿੱਚ ਬਾਕੀ ਕਿਰਿਆ ਨਾਲ ਕਿਸ ਤਰੀਕੇ ਦੇ ਨਾਲ ਬਣਦਾ ਹੈ, ਉਹਨਾਂ ਦਾ ਸੰਬੰਧ ਦੂਸਰੇ ਕਿਰਿਆਵਾਂ ਦੇ ਨਾਲ ਜੋ ਸ਼ੋਅ ਕਰਦੇ ਨੇ, ਉਹਨਾਂ ਸ਼ਬਦਾਂ ਨੂੰ ਕੀ ਕਿਹਾ ਜਾਂਦਾ ਹੈ? ਕਾਰਕ ਕਿਹਾ ਜਾਂਦਾ ਹੈ। ਠੀਕ ਹੈ ਜੀ। ਜਿਵੇਂ ਫॉर एग्जांपल ਲੈ ਲੈਨੇ, ਇੱਕ ਵਾਕ ਹੈ ਸਾਡੇ ਕੋਲ, ਕਿਹੜਾ ਵਾਕ ਹੈ? ਇਹ ਦੀਪਕ ਦਾ ਘਰ ਹੈ, ਠੀਕ ਹੈ, ਕੀ ਹੈ? ਸੈਂਟੈਂਸ ਕੀ ਹੈ ਸਾਡੇ ਕੋਲ? ਇਹ ਦੀਪਕ ਦਾ ਘਰ ਹੈ। ਹੁਣ ਇੱਥੇ ਸਾਨੂੰ ਨਾਮ ਜਾਂ ਪੜਨਾਮ ਕਿਹੜੇ ਨੇ? ਫਸਟਲੀ ਪਹਿਲੇ ਲੈਕਚਰਸ ਨੂੰ ਰਿਕਾਲ ਕਰਾਂਗੇ। ਇਹ ਕੀ ਹੈ? ਇਹ ਸਾਡਾ ਪੜਨਾਮ ਹੈ, ਠੀਕ ਹੈ। ਦੀਪਕ ਕੀ ਹੈ? ਇੱਕ ਨਾਮ ਹੈ। ਜੇ ਅਸੀਂ ਕੱਲਾ ਲਿਖ ਦਿੰਦੇ ਇਹ ਦੀਪਕ,
ਕੋਈ ਮੀਨਿੰਗ ਨਹੀਂ ਨਾ ਬਣਦਾ। ਹੁਣ ਇਹਨਾਂ ਨਾਵਾਂ ਜਾਂ ਪੜਨਾਵਾਂ ਦਾ ਸੰਬੰਧ ਆਪਾਂ ਬਾਕੀ ਵਾਕ ਦੀ ਕਿਰਿਆ ਕਿਹੜੀ ਹੈ, ਇਹਦੇ 'ਚ ਘਰ ਹੈ। ਠੀਕ ਹੈ, ਹੈ ਕੀ ਹੈ, ਸਾਡੀ ਸਸਰੰਗੀ ਕਿਰਿਆ ਹੈ। ਕੀ ਹੈ, ਸਾਡੀ ਸਸਰੰਗੀ ਕਿਰਿਆ। ਘਰ ਕੀ ਹੈ, ਇੱਕ ਨਾਂਵ। ਠੀਕ ਹੈ, ਹੁਣ ਇਹਨਾਂ ਨਾਵਾਂ ਦਾ ਦੀਪਕ, ਇੱਕ ਪੜਨਾਂਵ ਹੈ, ਦੀਪਕ ਇੱਕ ਨਾਂਵ ਹੈ। ਹੁਣ ਇਹਨਾਂ ਨਾਵਾਂ ਤੇ ਪੜਨਾਵਾਂ ਦਾ ਇਸ ਸਸਰੰਗੀ ਕਿਰਿਆ ਦੇ ਨਾਲ ਸੰਬੰਧ ਕਿਸ ਦੇ ਨਾਲ ਸ਼ੋ ਹੁੰਦਾ ਹੈ, ਦਾ ਦੇ ਨਾਲ। ਦੀਪਕ ਦਾ ਘਰ ਹੈ। ਠੀਕ ਹੈ ਤੇ ਦੀਪਕ ਦਾ ਘਰ, ਇਹਨਾਂ ਨੂੰ ਜੋੜਿਆ ਕਿਸ ਦੇ ਦੁਆਰਾ ਜਾ ਰਿਹਾ ਹੈ, ਦਾ ਨਾਲ। ਦਾ ਕੀ ਹੈ, ਸਾਡਾ ਕਾਰਕ ਕਹਿਲਾਉਂਦਾ ਹੈ। ਠੀਕ ਹੈ ਜੀ, ਉਹ ਸ਼ਬਦ ਜਿਹੜੇ ਵਾਕ ਦੇ ਨਾਂਵ ਜਾਂ ਪੜਨਾਂਵ ਦਾ ਸੰਬੰਧ ਦੂਸਰੀਆਂ ਕਿਰਿਆਵਾਂ ਦੇ ਨਾਲ ਦੱਸਣ, ਉਹਨਾਂ ਨੂੰ ਕੀ ਕਹਿੰਦੇ ਨੇ, ਕਾਰਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਕਹਿੰਦੇ ਸੰਗੀਤਾ ਨੇ ਮਨਜੀਤ ਨੂੰ ਵਧਾਈ ਦਿੱਤੀ। ਜੇ ਅਸੀਂ ਲਿਖ ਦਿੰਦੇ ਕਿ ਸੰਗੀਤਾ ਮਨਜੀਤ ਨੂੰ ਵਧਾਈ ਦਿੱਤੀ, ਕੋਈ ਮੀਨਿੰਗ ਨਹੀਂ ਬਣ ਰਿਹਾ, ਇੱਕ ਸੈਂਸਿਬਲ ਜੋ ਸੈਂਟੈਂਸ ਹੈ, ਵਾਕ ਹੈ, ਉਹ ਨਹੀਂ ਬਣ ਰਿਹਾ। ਕਹਿੰਦੇ ਸੰਗੀਤਾ ਨੇ, ਠੀਕ ਹੈ, ਵਧਾਈ ਕਿਸਨੇ ਦਿੱਤੀ, ਸੰਗੀਤਾ ਨੇ ਕਿਸ ਨੂੰ ਦਿੱਤੀ, ਮਨਜੀਤ ਨੂੰ। ਤਾਂ ਫਿਰ ਕੀ ਹੋ ਗਿਆ, ਨੇ ਤੇ ਨੂੰ ਕੀ ਹੋ ਗਏ ਨੇ, ਦੋਨੋਂ ਦੇ ਦੋਨੋਂ ਕਾਰਕ ਹੋ ਗਏ ਨੇ ਜੋ ਸੰਬੰਧ ਬਣਾ ਰਹੇ ਨੇ। ਸੋ ਸਿੰਪਲ ਵਰਡਸ ਦੇ ਵਿੱਚ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਏਗਾ। ਕਹਿੰਦੇ ਅਗਰ ਇਸ ਤੋਂ ਇਲਾਵਾ ਸਾਨੂੰ ਕਾਰਕ ਅਗਰ ਸਮਝ ਨਾ ਆਵੇ, ਅਗਰ ਅਸੀਂ ਦੇਖਣਾ ਹੋਵੇ ਕਿਸੇ ਵਾਕ ਦੇ ਵਿੱਚ ਕਾਰਕ ਕਿਹੜਾ ਹੈ ਜਾਂ ਕਾਰਕ ਦੀ ਪਛਾਣ ਅਸੀਂ ਕਿਸੇ ਵਾਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ, ਤਾਂ ਅਸੀਂ ਉਸੇ ਕੁਐਸਚਨ ਦੇ ਵਿੱਚ ਆਪਣੇ ਕੁਐਸਚਨ ਬਣਾ ਕੇ, ਪ੍ਰਸ਼ਨ ਬਣਾ ਕੇ ਕਾਰਕ ਦੀ ਕੀ ਕਰ ਸਕਦੇ ਹਾਂ, ਪਛਾਣ ਕਰ ਸਕਦੇ ਹਾਂ। ਠੀਕ ਹੈ ਜੀ, ਸੋ ਆਪਾਂ ਨੈਕਸਟ ਮੂਵ ਕਰਦੇ ਹਾਂ। ਜਸਟ ਵੇਟ। ਕਹਿੰਦੇ ਕਾਰਕ ਦੀ ਪਛਾਣ, ਕਹਿੰਦੇ ਆਪਾਂ ਕਾਰਕ ਦੀ ਪਛਾਣ ਹੋਰ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਅਗਰ ਸਾਨੂੰ ਸਾਡੇ ਵਾਕ ਦੇ ਵਿੱਚ, ਸਾਡੇ ਸੈਂਟੈਂਸ ਦੇ ਵਿੱਚ ਇਹ ਨਾ ਪਤਾ ਲੱਗੇ ਕਿ ਕਾਰਕ ਕਿਹੜਾ ਹੈ, ਤਾਂ ਉਸ ਦੇ ਲਈ ਅਸੀਂ ਯੂਜ਼ ਕਰ ਸਕਦੇ ਹਾਂ ਕਿ ਉਸੇ ਵਾਕ ਦੇ ਵਿੱਚੋਂ ਕੁਐਸਚਨ ਬਣਾ ਕੇ, ਠੀਕ ਹੈ, ਜਿਵੇਂ ਦੇਖ ਲੈਂਦੇ ਹਾਂ। ਕਹਿੰਦੇ ਕਾਰਕ ਦੀ ਪਛਾਣ, ਕਹਿੰਦੇ ਕਾਰਕ ਦੀ ਪਛਾਣ ਵਾਕ ਵਿੱਚ ਵਰਤੇ ਗਏ ਸੰਬੰਧਕਾਂ ਰਾਹੀਂ ਹੁੰਦੀ ਹੈ ਜੋ ਕਿਰਿਆ ਨਾਲ ਵੱਖ-ਵੱਖ ਸਵਾਲਾਂ ਰਾਹੀਂ ਉਜਾਗਰ ਹੁੰਦੇ ਨੇ। ਕਹਿੰਦੇ ਅਸੀਂ ਆਪਣੇ ਸਵਾਲ ਕ੍ਰੀਏਟ ਕਰ ਸਕਦੇ ਹਾਂ, ਕੁਐਸਚਨ ਬਣਾ ਸਕਦੇ ਹਾਂ, ਕਿਉਂ, ਕੌਣ ਵਗੈਰਾ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਉਸ ਦੇ ਵਿੱਚ ਕੀ ਹੈ, ਕਾਰਕ ਕਿਹੜਾ ਹੈ। ਫੋਰ ਐਗਜ਼ਾਮਪਲ ਦੇਖ ਲੈਂਦੇ ਆਪਾਂ। ਫੋਰ ਐਗਜ਼ਾਮਪਲ ਦੇਖਦੇ ਹਾਂ, ਕਹਿੰਦੇ ਉਸ ਤੋਂ ਪਹਿਲਾਂ ਕਹਿੰਦੇ ਕਾਰਕ ਚਿੰਨ੍ਹ। ਅਗਰ ਕਾਰਕ ਚਿੰਨ੍ਹਾਂ ਦੀ ਗੱਲ ਕੀਤੀ ਜਾਵੇ, ਕਹਿੰਦੇ ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਨਾਲ ਲੱਗੇ ਜਿਨ੍ਹਾਂ ਸੰਬੰਧਕਾਂ ਰਾਹੀਂ ਇਹ ਸੰਬੰਧ ਪ੍ਰਗਟ ਹੁੰਦੇ ਹਨ, ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਕਹਿੰਦੇ ਦੇਖੋ, ਅਗਰ ਆਪਾਂ ਤੁਸੀਂ ਪਹਿਲਾਂ ਮੇਰੀ ਕਲਾਸਾਂ ਲਗਾਈਆਂ ਹੋਣ ਤਾਂ ਤੁਸੀਂ ਸੰਬੰਧਕ ਵੀ ਪੜ੍ਹਿਆ ਤੇ ਯੋਜਕ ਵੀ ਪੜ੍ਹਿਆ, ਤੇ ਆਪਾਂ ਜਦੋਂ ਕਲਾਸ ਸਟਾਰਟ ਕੀਤੀ ਆਪਾਂ ਦੱਸਿਆ ਕਿ ਕਾਰਕ ਹੁੰਦਾ ਕੀ ਹੈ। ਤੇ ਜਦੋਂ ਤੁਸੀਂ ਕਾਰਕ ਪੜ੍ਹਿਆ ਹੋਏਗਾ, ਤੁਹਾਡੇ ਦਿਮਾਗ ਦੇ ਵਿੱਚ ਸਟਕ ਕੀਤਾ ਹੋਏਗਾ ਕਿ ਸੀ ਮੈਮ ਸੰਬੰਧਕ ਵਾਂਗ ਕਿਉਂ ਕਰਵਾ ਰਹੇ ਨੇ। ਸੋ ਇੱਥੋਂ ਤੁਸੀਂ ਯਾਦ ਰੱਖਣਾ ਹੈ ਕਿ ਨਾਮ ਜਾਂ ਪੜਨਾਮ ਦਾ, ਠੀਕ ਹੈ, ਰਿਲੇਸ਼ਨ ਬਾਕੀ ਕਿਰਿਆਵਾਂ ਦੇ ਨਾਲ ਕਿਸ ਦੇ ਦੁਆਰਾ ਬਣਾਇਆ ਜਾਂਦਾ ਹੈ, ਕਾਰਕ ਦੇ ਦੁਆਰਾ ਬਣਾਇਆ ਜਾਂਦਾ ਹੈ। ਤੇ ਉਹ ਕਾਰਕ ਕੀ ਹੁੰਦੇ ਨੇ, ਸੰਬੰਧਕ ਹੀ ਹੁੰਦੇ ਨੇ। ਤੇ ਉਹਨਾਂ ਸੰਬੰਧਕਾਂ ਨੂੰ ਕੀ ਕਿਹਾ ਜਾਂਦਾ ਹੈ, ਕਾਰਕ ਚਿੰਨ੍ਹ ਕਿਹਾ ਜਾਂਦਾ ਹੈ। ਠੀਕ ਹੈ, ਉਹਨਾਂ ਸੰਬੰਧਕਾਂ ਨੂੰ ਕੀ ਕਿਹਾ ਜਾਂਦਾ ਹੈ, ਕਾਰਕ ਚਿੰਨ੍ਹ ਕਿਹਾ ਜਾਂਦਾ ਹੈ। ਹੁਣ ਨੈਕਸਟ ਐਗਜ਼ਾਮੀਨਰ ਦਾ ਕੁਐਸਚਨ ਕੀ ਹੋਏਗਾ ਕਿ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜਾਂ ਕਾਰਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਹੁਣ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਬਹੁਤ ਵਾਰੀ ਕੁਐਸਚਨ ਰਿਪੀਟ ਹੋਇਆ ਹੈ ਕਿ ਕਾਰਕ ਦੀਆਂ ਕਿੰਨੀਆਂ ਕਿਸਮਾਂ ਨੇ, ਤਾਂ ਤੁਹਾਡਾ ਆਨਸਰ ਹੋਏਗਾ ਕਿ ਕਾਰਕ 8 ਪ੍ਰਕਾਰ ਦੇ ਹੁੰਦੇ ਨੇ। ਠੀਕ ਹੈ, ਕਿਹੜੇ ਕਿਹੜੇ ਕਾਰਕ ਹੁੰਦੇ ਨੇ, ਕਹਿੰਦੇ ਪਹਿਲਾ ਹੁੰਦਾ ਜੀ ਸਾਡਾ ਕਰਤਾ ਕਾਰਕ, ਕਰਮ ਕਾਰਕ। 1 ਬਾਈ 1 ਆਪਾਂ ਸਭ ਨੂੰ ਡਿਸਕਸ ਕਰਦੇ ਚੱਲਾਂਗੇ। ਕਰਤਾ ਕਾਰਕ, ਕਰਮ ਕਾਰਕ, ਕਰਨ ਕਾਰਕ, ਸੰਪਰਦਾਨ ਕਾਰਕ, ਅਪਾਦਨ ਕਾਰਕ, ਸੰਬੰਧਕ ਕਾਰਨ। ਤੇ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕੀਤੀ ਜਾਵੇ ਤਾਂ ਅਧਿਕਰਨ ਕਾਰਕ ਤੇ ਸੰਬੋਧਨ ਕਾਰਕ। ਇਹ 8 ਤਰੀਕੇ ਦੇ, ਤੁਸੀਂ ਇਹਨਾਂ ਦੀਆਂ ਟਾਈਪਸ ਨੂੰ ਯਾਦ ਨਹੀਂ ਰੱਖਣਾ, ਜਸਟ ਇਹਨਾਂ ਦੀਆਂ ਟਾਈਪਸ ਨੂੰ ਤੁਸੀਂ ਕੀ ਰੱਖਣਾ ਹੈ, ਸਮਝਣਾ ਹੈ। ਟਾਈਪਸ ਯਾਦ ਨਹੀਂ ਰਹਿੰਦੀਆਂ, ਨਾਂਵ ਦੀਆਂ ਰੱਖ ਲਓ, ਪੜਨਾਂਵ ਦੀਆਂ ਰੱਖ ਲਓ। ਜਸਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਨਾਂਵ 5 ਪ੍ਰਕਾਰ ਦੇ, ਪੜਨਾਂਵ 6 ਪ੍ਰਕਾਰ ਦੇ, ਤੇ ਸਾਡੇ ਜੋ ਕਾਰਕ ਹੈ ਉਹ ਕਿੰਨੇ ਪ੍ਰਕਾਰ ਦੇ, 8 ਪ੍ਰਕਾਰ ਦੇ, ਤੇ ਸਾਡੇ ਜੋ ਆਪਾਂ ਵਿਸਮਿਕ ਚਿੰਨ੍ਹ ਕੀਤੇ ਨੇ ਉਹ 9 ਪ੍ਰਕਾਰ ਦੇ ਹੁੰਦੇ ਨੇ। ਸੋ ਇਹ ਬਹੁਤ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ। ਸਭ ਤੋਂ ਪਹਿਲਾਂ ਕਹਿੰਦੇ ਕਰਤਾ ਕਾਰਕ ਕੀ ਹੁੰਦਾ ਹੈ। ਜਦੋਂ ਮੈਂ ਨਾਂਵ ਜਾਂ ਪੜਨਾਂਵ ਜਾਂ ਤੁਹਾਨੂੰ ਵਾਕ ਦੱਸਿਆ ਸੀ, ਉਸ ਸਮੇਂ ਦੱਸਿਆ ਕਿ ਵਾਕ ਵਿੱਚ ਜਿਹੜਾ ਵੀ ਬੰਦਾ ਕੰਮ ਕਰਦਾ ਹੈ ਉਹਨੂੰ ਕੀ ਕਹਿੰਦੇ ਨੇ, ਕਰਤਾ ਕਹਿੰਦੇ ਨੇ। ਠੀਕ ਹੈ,
जो भी इंसान वाक दे विच कोई काम कोई एक्टिविटी परफॉर्म करता है उसनूं की कहंदे ने करता कहंदे ने। हुण साडा करता कारक की हो गया, उही सेम ही गल है। कहंदे किसी वाक विच काम करन वाले नाम जां पड़नाम नूं की कहा जांदा है, करता कारक कहा जाता है। कहते वाक विच जिहड़ा भी इंसान कोई भी जीव जंतु जो भी काम कर रहा है उसनूं की कहा जाता है, करता कारक कहा जाता है। बहुत ही सिंपल है, करता अगर समझ आ गया तो तुहानूं ये भी पता लग जाएगा कि करता कारक की हुंदा है। फॉर एग्जाम्पल कहते रमन नॉवल पढ़ रहा है। देखो एक वाक है, कहते रमन नॉवल पढ़ रहा है। देखो ਇਹਦੇ ਵਿੱਚ ਕੰਮ किसके द्वारा किया जा रहा है, नॉवल तो पढ़िया जा रहा है बट नॉवल पढ़िया किसके द्वारा जा रहा है ਆਪਾਂ ਉਹ देखना है। ਅਸੀਂ देखा कि नॉवल पढ़िया जा रहा है रमन के द्वारा, ठीक है। काम कौन कर रहा है, रमन कर रहा है। ਤੇ ਜਿਹੜਾ भी वाक ਦੇ ਵਿੱਚ ਕੰਮ करेगा वो की कहलाएगा, वो कहलाएगा करता कारक, ठीक है जी। या फिर उसने नॉवल पढ़िया, ठीक है। किसने नॉवल पढ़िया, उसने नॉवल पढ़िया, उसने की हो गया, ਉਹ ਬੰਦਾ ਕੀ ਹੋ ਗਿਆ, ਉਹ ਹੋ ਗਿਆ ਸਾਡਾ ਕਰਤਾ ਕਾਰਕ। ਹੁਣ ਕਹਿੰਦੇ ਆਪਾਂ ਪਛਾਣ ਕਿਵੇਂ ਕਰ ਸਕਦੇ ਹਾਂ, ਅਗਰ ਸਾਨੂੰ ਪਤਾ ਨਾ ਲੱਗੇ ਕਿ ਕਰਤਾ ਕਾਰਕ ਕਿਹੜਾ ਹੈ ਵਾਕ ਦੇ ਵਿੱਚ, ਤਾਂ ਅਸੀਂ ਆਪਣੇ ਦੁਆਰਾ ਸਵਾਲ ਕ੍ਰੀਏਟ ਕਰ ਸਕਦੇ ਹਾਂ, ਕੁਐਸਚਨ ਕ੍ਰੀਏਟ ਕਰ ਸਕਦੇ ਹਾਂ, ਸਵਾਲ ਬਣਾ ਸਕਦੇ ਹਾਂ। ਜੇ ਇੱਥੇ ਆਵੇ ਕਿ ਰਮਨ ਨੇ ਨੋਵਲ ਪੜ੍ਹਿਆ, ਸਾਨੂੰ ਨਹੀਂ ਪਤਾ ਲੱਗਦਾ ਕਿ ਇਹਦੇ ਵਿੱਚ ਕਰਤਾ ਕਾਰਕ ਕਿਹੜਾ ਹੈ, ਤਾਂ ਅਸੀਂ ਕੀ ਕਰਾਂਗੇ, ਅਸੀਂ ਸੋਚ ਕੇ ਗੱਲ ਕਰਾਂਗੇ ਵੀ ਨੋਵਲ ਪੜ੍ਹਿਆ, ਕਿਸਨੇ ਨੋਵਲ ਪੜ੍ਹਿਆ, ਜੋ ਵੀ ਐਕਟੀਵਿਟੀ ਕਰ ਰਿਹਾ ਹੈ वो की हो गया करता कारक। पछाण किवें कर सकते हैं कि किसने या कौन, दो क्वेश्चन चक्के जा सकते हैं, कौन या किसने काम किया, कौन सी जिसने काम किया, वो की हो गया साडा करता कारक हो गया। सो अपन नेक्स्ट मूव करते हैं, नेक्स्ट आप टाइप के उत्ते चलते हैं। नेक्स्ट टाइप है जी साडी कर्म कारक। पहली हो गई करता कारक ते दूसरा हो गया कर्म। कर्म हुंदा जो भी काम हो रहा है, ठीक है। आप पढ़िया कहते वाक दे विच तीन चीज़ां इंपॉर्टेंट ने, किहड़ियां, करता, किरिया ते कर्म। कर्म करता की हो गया जो काम कर रहा है, कर्म की हो रहा है जिस दे उत्ते काम हो रहा है, ते साडी किरिया की होगी जो एक्टिविटी हो रही है। हुण कर्म कारक की हुंदा है, जो भी काम हो रहा है, कहते जिस जद किसी वाक दी किरिया दे काम दा प्रभाव करता तो छुट दूजे परिणामां ते पैंदा है। कहते वाक दे विच कोई भी किरिया हो रही है, ठीक है, जदों उस किरिया दा प्रभाव नाम ਜਾਂ ਪੜਨਾਮ ਨੂੰ ਛੱਡ ਕੇ, ठीक है, नाम ਜਾਂ ਪੜਨਾਮ ਦੀ ਇੰਪੋਰਟੈਂਸ ਨਾ ਹੋਵੇ ਵਾਕ ਦੇ ਵਿੱਚ ਜ਼ਿਆਦਾ, ਬਲਕਿ ਉਸ ਕਿਰਿਆ ਦਾ ਪ੍ਰਭਾਵ ਕਿਸ ਦੇ ਉੱਤੇ ਪੈ ਰਿਹਾ ਹੋਵੇ, ਦੂਸਰੀ ਚੀਜ਼ ਦੇ ਉੱਤੇ ਪੈ ਰਿਹਾ ਹੋਵੇ, ਉਹ ਦੂਸਰੀ ਚੀਜ਼ ਕੀ ਕਹਿਲਾਉਂਦੀ ਹੈ, ਕਰਮ ਕਾਰਕ ਕਹਿਲਾਉਂਦੀ ਹੈ। ਹੁਣ ਤੱਕ ਆਪਾਂ ਜਿੰਨਾ ਪੜਿਆ ਆਪਾਂ ਦੇਖਿਆ ਕਿ ਨਾਮ ਤੇ ਪੜਨਾਮ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ, ਤੇ ਉਹੀ ਨਾਮ ਤੇ ਪੜਨਾਮ ਕੀ ਹੁੰਦੇ ਨੇ, ਸਾਡਾ ਕਰਤਾ ਹੁੰਦੇ ਨੇ। ਬਟ ਹੁਣ ਜੇ ਸਾਡੀ ਕਿਰਿਆ ਨਾਮ ਜਾਂ ਪੜਨਾਮ ਨੂੰ ਛੱਡ ਕੇ ਕਿਸੇ ਹੋਰ ਸ਼ਬਦ ਦੇ ਉੱਤੇ ਜ਼ੋਰ ਪਾਵੇ, ਕਿਸੇ ਹੋਰ ਸ਼ਬਦ ਦੇ ਉੱਤੇ ਜ਼ਿਆਦਾ ਪ੍ਰਭਾਵ ਪਾਵੇ, ਉਸ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ, ਕਰਮ ਕਾਰਕ ਕਿਹਾ ਜਾਂਦਾ ਹੈ। ਫॉर एग्जांपल ਕਹਿੰਦੇ ਬਲਜੀਤ ਨੇ ਜੂਸ ਪੀਤਾ, ਠੀਕ ਹੈ। ਅਗਰ ਤਾਂ ਅਸੀਂ ਇੱਥੋਂ ਇਸ ਸੈਂਟੈਂਸ ਦੇ ਵਿੱਚੋਂ ਦੇਖਣਾ ਹੋਵੇ ਕਿ ਕਰਤਾ ਕਾਰਕ ਕੀ ਹੈ, ਤਾਂ ਆਪਾਂ ਕੀ ਕਵਾਂਗੇ ਕਿ ਜੂਸ ਪੀਤਾ ਕਿਸਨੇ ਹੈ, ਤਾਂ ਆਪਾਂ ਕਵਾਂਗੇ ਕਿ ਕਰਤਾ ਕਾਰਕ ਹੋ ਗਿਆ ਸਾਡਾ ਬਲਜੀਤ। ਬਟ ਇਹਦੇ ਵਿੱਚ ਕਰਮ ਕਾਰਕ ਕਿਹੜਾ ਹੈ, ਨਾਮ ਜਾਂ ਪੜਨਾਮ ਨੂੰ ਛੱਡ ਕੇ ਹੋਰ ਕਿਸ ਚੀਜ਼ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ, ਤਾਂ ਉਹ ਦਿੱਤਾ ਜਾ ਰਿਹਾ ਜੂਸ ਕੀ, ਠੀਕ ਹੈ ਜੀ। ਕਿਸਨੇ ਕੀ ਪੀਤਾ, ਤਾਂ ਆਪਾਂ ਪਛਾਣ ਕਿਵੇਂ ਕਰ ਸਕਦੇ ਹਾਂ, ਕਹਿੰਦੇ ਜੇ ਆਪਾਂ ਲਿਖ ਦਈਏ ਬਲਜੀਤ ਨੇ ਪੀਤਾ, ਬਟ ਕੀ ਪੀਤਾ, ਜੂਸ ਪੀਤਾ, ਦੁੱਧ ਪੀਤਾ, ਸੋ ਇਹ ਸਾਰੇ ਕੀ ਹੋ ਜਾਂਦੇ ਨੇ, ਸਾਡੇ ਕਰਮ ਕਾਰਕ ਕਹਿਲਾਉਂਦੇ ਨੇ। ਨੈਕਸਟ ਹੈ ਕਹਿੰਦੇ ਉਸਨੇ ਦੀਪਕ ਨੂੰ ਪਾਣੀ ਪਿਆਇਆ, ਠੀਕ ਹੈ। ਉਸਨੇ ਪੜਨਾਮ ਨੂੰ ਛੱਡ ਦੋ, जोर किस दे उत्ते दिता जा रहा है कि उसने की किया, उसने दीपक नू की किया, पानी पिलाया, ठीक है। सो नाम जां पड़नाम नू छड्ड के जिन्ना भी शब्दां उत्ते उन्हां तो बाद दे विच जोर ज़्यादा दिता जांदा है, वो कहलाउंदे ने साडे कर्म कारक। सो आपां नैक्सट मूव करदे हां। नैक्सट टाइप है जी साडी करण कारक। हुण करण कारक की हुंदा है, जिवें आपां करता पढ़ लिया, कर्म पढ़ लिया, हुण देखांगे कि करण कारक की हुंदा है। कहंदे वाक विच जिस नाम ਜਾਂ ਪੜਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ ਉਸਨੂੰ ਕਰਨ ਕਾਰਕ ਕਿਹਾ ਜਾਂਦਾ ਹੈ। ਕਹਿੰਦੇ ਵਾਕ ਦੇ ਵਿੱਚ ਕੀ ਹੈ, ਜਿਸ ਨਾਮ ਜਾਂ ਪੜਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ, ਕਿਸ ਦਾ ਕੰਮ ਕੀਤਾ ਜਾਵੇ, ਕਿਰਿਆ ਦਾ ਕੰਮ ਕੀਤਾ ਜਾਵੇ, ਉਸਨੂੰ ਕੀ ਕਿਹਾ ਜਾਂਦਾ ਹੈ, ਕਰਨ ਕਾਰਕ ਕਿਹਾ ਜਾਂਦਾ ਹੈ। ਜਿਵੇਂ ਨਾਮ ਜਾਂ ਪੜਨਾਮ, ਦੁਬਾਰਾ ਸੁਣਨਾ, ਕਹਿੰਦੇ ਜਿਹੜੇ ਵੀ ਵਾਕ ਦੇ ਵਿੱਚ ਨਾਮ ਜਾਂ ਪੜਨਾਮ ਦੇ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ,
मतलब किसी एक्टिविटी का काम किया जाए किसी नाम च पड़नाम के द्वारा, उस नाम च पड़नाम नूं की कहंदे ने करण कारक कहा जाता है। फॉर एग्जाम्पल कहंदे रमन ने सप नूं किस नाल मारिया, सोटे नाल मारिया। किस नाल मारिया उसने, सोटे नाल। देखो अगर एक सोटा देखा जाए तो सोटा की है, साडा नाम है, ठीक है। सोटा की है, नाम। ते इसने कम की कीता, इस सोटे ने इस दे विच कोई किरिया की है, ठीक है, मारिया, ठीक है। किरिया किसने की है, सोटे ने की है। तो सोटा की हो गया साडा करण कारक कहलाउंदा है। वाक दे विच जिस नाम या पड़नाम के द्वारा किरिया का काम किया जाए उसनूं की कहा जाता है, करण कारक कहा जाता है। नैक्सट है कहते रंजना ने सहेली राही किताब भेजी, ठीक है। हुण इस दे विच जो सहेली देखा जाए, सहेली एक पड़नाम है, ठीक है। सहेली की है, पड़नाम है, बट इसने किरिया का काम किया है, ठीक है। रंजना ने किस दे द्वारा किताब भेजी है, सहेली राही किताब भेजी है, तो वो की बन गया साडा करण कारक कहलाउंदा है। फॉर एग्जाम्पल जे आपां दी पछाण करनी होवे तां किन्ना कारक चिन्हां नाल कीती जा सकदी है, राही, किसते राही, किसते द्वारा, हत्थी तो आदि, ये सब की कहलाउंदे ने, एक करण कारक कहलाउंदे ने। नैक्सट अपना देखांगे, नैक्सट है जी साडा संप्रदान कारक। हुण साडा संप्रदान कारक किहड़ा हुंदा है, करता कर लिया, कर्म कर लिया, ठीक है, करण कारक कर लिया, ते हुण देखांगे कि संप्रदान कारक की कहलाउंदा है। कहंदे वाक विच, कहंदे वाक विच जिस नाम च पड़नाम लई वाक दा करता काम करता है। ध्यान नाल सिर्फ एक स्टेटमेंट पढ़ लेंदे हो तुहानूं सब कुछ समझ आ जांदा है, बस एक समझ नाल स्टेटमेंट पढ़नी है। कहंदे वाक दे विच कोई वाक है जिस दे विच नाम च पड़नाम लई वाक दा करता काम करता है, उसनूं संप्रदान कारक कहा जाता है। कहंदे कोई वाक है जिस दे विच जिहड़ा वाक है, वाक दे विचला जिहड़ा नाम च पड़नाम है, जिस विच नाम च पड़नाम वाक दा करता काम करता है, इस नाम च पड़नाम दे लई वाक दा करता काम करता है, उसनूं की कहंदे ने, उसनूं संप्रदान कारक कहा जाता है। सिंपल वर्ड्स दे विच समझण दी कोशिश करनी है। कहंदे वाक दे विच जिहड़े नाम च पड़नाम दे लई जिहड़ा भी करता काम करता है उसनूं की कहा जाता है, संप्रदान कारक कहा जाता है। फॉर एग्जाम्पल हुण देखो इहदे विच करता कौन है, अध्यापक है। सेंटेंस पहला पढ़ते हैं, कहते अध्यापक ने विद्यार्थियों लई मुशक्कत की। हुण वाक दा करता कौन है, अध्यापक, क्योंकि काम किस दे द्वारा किया जा रहा है, कोई भी काम किया जा रहा है वो किया जा रहा है अध्यापक के द्वारा। बट अध्यापक ने काम किया किस दे लई है, उसने किस नाम च पड़नाम दे लई काम किया, उसने विद्यार्थियों दे लई, मेहनत मुशक्कत उसने किस दे लई कीती है, विद्यार्थियों दे लई कीती है। वाक दे विच जिहड़ा करता है जिस भी नाम च पड़नाम दे लई काम करता है उसनूं की कहंदे ने, उसनूं संप्रदान कारक कहा जाता है। अध्यापक ने किस दे लई मुशक्कत कीती है, विद्यार्थियों दे लई मुशक्कत कीती है। नैक्सट है कहंदे प्रिंसीपल हरजीत सिंह ने स्कूल वास्ते दिन रात कीता, ठीक है। हुण इहदे विच करता कौन है, इस दे विच करता है जी साडा प्रिंसीपल हरजीत, बट उसने दिन रात काम किस दे लई कीता है, वो कीता है जी स्कूल वास्ते। जिस वास्ते भी काम कीता है वो की हुंदा है, साडा संप्रदान कारक कहलाउंदा है। होपफुली तुहानूं समझ आया होएगा ते इन्ना टफ भी नहीं है। नैक्सट है जी साडा अपादान कारक। हुण अपादान कारक किहड़ा कहलाउंदा है, कहंदे वाक विच जिस नाम च पड़नाम तो किरिया दा काम आरंभ होवे जां फिर वख होण दा प्रभाव होवे, बस जिस तो भी काम शुरू होना है जां जिस तो काम दे अलग होण दा पता लगे उसनूं अपादान कारक कहा जाता है। फॉर एग्जाम्पल कहंदे हरपाल शहरों आया कित्थों है, हरपाल आपां लिख सकते हैं कि हरपाल आया, बट अगर दसना होवे कि काम शुरू कित्थों होया, आया कित्थों है, तो शहरों आया है। धर्मपाल कोलों पैसे ले लेना, ठीक है, किस तो पैसे ले लेना, काम शुरू कित्थों हो रहा है, धर्मपाल कोलों हो रहा है। काम दे किरिया दे शुरू होण दा ਜਾਂ फिर किरिया दे वक होण दा जिन्हां शब्दां तो पता लगदा है उसनूं अपादान कारक कहा जाता है। आपां नैक्सट मूव करते हैं। नैक्सट टाइप है जी साडी संबंध कारक। संबंध तां पढ़े ते ही पता लग जाता है, जिहड़ा संबंध शो करता होवे, ठीक है। कहंदे वाक विच जिस नाम च पड़नाम दा किसी दूजे नाम च पड़नाम उत्ते मालकी दा संबंध दस्सिया जावे, किस दा, मालकी दा, बई इहदा स्कूटर है चाहे इहदी कार है, किसी दी मालकी दा संबंध पता लगे उसनूं संबंध कारक कहा जाता है। फॉर एग्जाम्पल
ਕਹਿੰਦੇ ਇਹ ਬਲਜੀਤ ਦੀ ਕਾਰ ਹੈ, ਇਹ ਕਾਰ ਹੈ ਬਟ ਕਿਸ ਦੀ ਕਾਰ ਹੈ, ਕਿਸ ਦੀ ਮਾਲਕੀ ਹੈ, ਬਲਜੀਤ ਦੀ ਮਾਲਕੀ ਹੈ। ਜਿਹੜਾ ਮਾਲਕੀ ਸ਼ੋ ਕਰੇ ਉਹਨਾਂ ਸਬੰਧਾਂ ਨੂੰ ਕੀ ਕਿਹਾ ਜਾਂਦਾ ਹੈ, ਸਬੰਧ ਕਰ ਕਿਹਾ ਜਾਂਦਾ ਹੈ। ਉਹ ਤੇਰਾ ਸਕੂਟਰ ਹੈ, ਉਹ ਮੇਰਾ ਸਕੂਲ ਹੈ, ਉਹ ਤੇਰੀ ਕਿਤਾਬ ਹੈ। ਜਿਨ੍ਹਾਂ ਸਬੰਧਾਂ ਤੋਂ ਮਾਲਕੀ ਦਾ ਪਤਾ ਲੱਗੇ ਉਸਨੂੰ ਸਬੰਧ ਕਾਰਕ ਕਿਹਾ ਜਾਂਦਾ ਹੈ। ਸੋ ਆਪਾਂ ਨੈਕਸਟ ਆਪਣੇ ਟਾਈਪ ਤੇ ਮੂਵ ਕਰਦੇ ਹਾਂ। ਨੈਕਸਟ ਹੈ ਜੀ ਸਾਡੀ ਟਾਈਪ ਹੈ ਜੀ ਅਧਿਕਰਨ ਕਾਰਕ। ਅਧਿਕਰਨ ਕਾਰਕ ਕੀ ਕਹਿਲਾਉਂਦਾ ਹੈ? ਕਹਿੰਦੇ ਵਾਕ ਵਿੱਚ ਕਿਰਿਆ ਦਾ ਕੰਮ ਕਿਸੇ ਨਾਂਵ ਜਾਂ ਪੜਨਾਂਵ ਦੇ ਆਸਰੇ ਜਾਂ ਜਿਸ ਥਾਂ ਹੋਵੇ ਉਸ ਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ। ਕਹਿੰਦੇ ਜਿਸ ਦੇ ਆਸਰੇ ਦੇ ਉੱਤੇ ਕੰਮ ਹੋਵੇ ਜਾਂ ਕਿਹਾ ਜਾਵੇ ਕੀ ਕਿਹਾ ਉਹਨਾਂ ਨੇ, ਕਹਿੰਦੇ ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਂਵ ਜਾਂ ਪੜਨਾਂਵ ਦੇ ਆਸਰੇ ਹੋਵੇ। ਠੀਕ ਹੈ, ਕਿਰਿਆ ਹੋਣੀ ਹੈ, ਕਿੱਥੇ ਵਾਪਰਨੀ ਹੈ, ਠੀਕ ਹੈ, ਜਾਂ ਕਿਸ ਦੇ ਉੱਤੇ ਵਾਪਰਨੀ ਹੈ। ਜਿਸ ਦੇ ਆਸਰੇ ਤੇ ਕਿਰਿਆ, ਜਿਸ ਦੇ ਹੋਂਦ ਤੋਂ ਬਿਨਾ ਕਿਰਿਆ ਹੋ ਹੀ ਨਾ ਸਕੇ ਉਸਨੂੰ ਕੀ ਕਿਹਾ ਜਾਂਦਾ ਹੈ? ਅਧਿਕਰਨ ਕਿਰਿਆ ਕਾਰਕ ਕਿਹਾ ਜਾਂਦਾ ਹੈ। ਫੋਰ ਐਗਜ਼ਾਮਪਲ ਕਹਿੰਦੇ ਆਪਾਂ ਜਿਵੇਂ ਛੱਤ ਉੱਤੇ ਖੇਡੋ, ਛੱਤ ਸਾਡੇ ਹੈ ਨਹੀਂ ਤਾਂ ਅਸੀਂ ਖੇਡ ਨਹੀਂ ਸਕਦੇ। ਠੀਕ ਹੈ, ਕਿਸ ਦੇ ਆਸਰੇ ਤੇ ਕੰਮ ਹੋ ਰਿਹਾ? ਛੱਤ ਉੱਤੇ ਖੇਡੋ, ਜੇ ਛੱਤ ਹੈ ਤਾਂ ਹੀ ਤੁਸੀਂ ਖੇਡ ਸਕਦੇ ਹੋ। ਕਮਰੇ ਵਿੱਚ ਪੜੋ, ਜੇ ਕਮਰਾ ਨਹੀਂ ਅਸੀਂ ਪੜ ਨਹੀਂ ਸਕਦੇ। ਠੀਕ ਹੈ, ਕਿਸ ਦੇ ਆਸਰੇ ਦੇ ਉੱਤੇ ਕੰਮ ਹੋ ਰਿਹਾ? ਕਮਰੇ ਦੇ ਆਸਰੇ ਦੇ ਉੱਤੇ ਕੰਮ ਹੋ ਰਿਹਾ ਕਿ ਕਮਰੇ ਵਿੱਚ ਹੀ ਪੜਿਆ ਜਾ ਸਕਦਾ ਹੈ। ਖੇਡਿਆ ਕਿੱਥੇ ਜਾ ਸਕਦਾ ਹੈ? ਜਸਟ ਛੱਤ ਦੇ ਉੱਤੇ ਖੇਡਿਆ ਜਾ ਸਕਦਾ ਹੈ। ਕਿਰਿਆ ਜਿਸ ਦੇ ਆਸਰੇ ਤੇ ਹੋਵੇ ਉਸਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ। ਸੋ ਨੈਕਸਟ ਹੈ ਜੀ ਸਾਡਾ ਸੰਬੋਧਨ ਕਾਰਕ ਤੇ ਲਾਸਟ ਕਾਰਕ ਦੀ ਟਾਈਪ ਹੈ। ਸੰਬੋਧਨ ਮੈਂ ਕੱਲ ਵੀ ਵਿਸਮਿਕ ਦੇ ਵਿੱਚ ਦੱਸਿਆ ਸੀ ਕਿ ਸੰਬੋਧਨ ਦਾ ਅਰਥ ਕੀ ਹੁੰਦਾ ਹੈ? ਬੁਲਾਉਣਾ। ਕਹਿੰਦੇ ਜਿਸ ਵਾਕ ਵਿੱਚ ਨਾਂਵ ਜਾਂ ਪੜਨਾਂਵ ਨੂੰ ਸੰਬੋਧਨ ਕਰਨ ਦੇ ਲਈ ਵਰਤਿਆ ਜਾਵੇ ਉਸਨੂੰ ਸੰਬੋਧਨੀ ਕਾਰਕ ਕਿਹਾ ਜਾਂਦਾ ਹੈ। ਕਹਿੰਦੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਨੂੰ ਸੰਬੋਧਨ ਕਰਨ ਦੇ ਲਈ ਜਿਹੜਾ ਵੀ ਸ਼ਬਦ ਵਰਤਿਆ ਜਾਂਦਾ ਹੈ, ਬੁਲਾਉਣ ਦੇ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਸਨੂੰ ਸੰਬੋਧਨੀ ਕਾਰਕ ਕਿਹਾ ਜਾਂਦਾ ਹੈ। ਕਿਉਂਕਿ ਸੰਬੋਧਨ ਕਰਨ ਦਾ ਅਰਥ ਹੀ ਕੀ ਹੁੰਦਾ ਹੈ? ਕਿਸੇ ਨੂੰ ਬੁਲਾਉਣਾ। ਫੋਰ ਐਗਜ਼ਾਮਪਲ ਦੇਖ ਲੈਂਦੇ ਆਪਾਂ ਇਸ ਟਾਈਪ ਦੀ ਐਗਜ਼ਾਮਪਲ ਕੀ ਹੈ ਜੀ। ਕਹਿੰਦੇ ਓਏ ਮੂਰਖਾ ਸੋਚ ਸਮਝ ਕੇ ਗੱਲ ਕਰਿਆ ਕਰ। ਓਏ ਮੂਰਖਾ, ਕਿਸੇ ਨੂੰ ਸੰਬੋਧਨ ਕੀਤਾ, ਕਿਸੇ ਨੂੰ ਬੁਲਾਇਆ ਕੀ ਕਹਿ ਕੇ? ਓਏ ਮੂਰਖਾ ਕਹਿ ਕੇ। ਕਹਿੰਦੇ ਓਏ ਮੂਰਖਾ ਸੋਚ ਸਮਝ ਕੇ ਗੱਲ ਕਰਿਆ ਕਰ। ਜਾਂ ਫਿਰ ਨੀ ਕੁੜੀਏ ਤੂੰ ਕਿਉਂ ਰੋਈ ਰਹੀ ਹੈ। ਕਿਸੇ ਨੂੰ ਸੰਬੋਧਨ ਕਰਨ ਦੇ ਲਈ, ਕਿਸੇ ਨੂੰ ਬੁਲਾਉਣ ਦੇ ਲਈ ਜਿਹੜੇ ਸ਼ਬਦਾਂ ਨੂੰ ਵਰਤਿਆ ਜਾਂਦਾ ਉਸ ਨੂੰ ਸੰਬੋਧਨੀ ਕਾਰਕ ਕਿਹਾ ਜਾਂਦਾ ਹੈ। ਤੇ ਇਹ ਜੋ ਚਿੰਨ੍ਹ ਨੇ ਕੀ ਕਹਿਲਾਉਂਦੇ ਨੇ? ਇਹ ਵਿਸਮਿਕ ਕਹਿਲਾਉਂਦੇ ਨੇ। ਕਿਹੜੇ ਚਿੰਨ੍ਹ ਨੇ ਇਹ ਵਿਸਮਿਕ ਚਿੰਨ੍ਹ ਕਹਿਲਾਉਂਦੇ ਨੇ। ਹੁਣ ਆਪਾਂ ਦੇਖਾਂਗੇ, ਆਪਾਂ ਦੇਖ ਲਿਆ ਕਿ ਕਾਰਕ ਕੀ ਹੁੰਦਾ ਹੈ, ਕਿੰਨੇ ਤਰੀਕੇ ਦਾ ਹੁੰਦਾ ਹੈ। ਹੁਣ ਆਪਾਂ ਦੇਖਾਂਗੇ ਕਿ ਪਿਛਲੇ ਸਾਲਾਂ ਦੇ ਵਿੱਚ ਕਾਰਕ ਦੇ ਵਿੱਚੋਂ ਕੁਐਸਚਨ ਜਾਂ ਪ੍ਰਸ਼ਨ ਕਿਸ ਤਰੀਕੇ ਦੇ ਪੁੱਛੇ ਗਏ ਨੇ ਐਗਜ਼ਾਮੀਨਰਸ ਵੱਲੋਂ। ਸੋ ਨੈਕਸਟ ਹੈ ਜੀ ਸਾਡਾ ਪਿਛਲੇ ਸਾਲਾਂ ਦੇ ਆਪਾਂ ਐਮਸੀਕਿਊਜ਼ ਨੂੰ ਡਿਸਕਸ ਕਰਾਂਗੇ। ਫਸਟਲੀ 1 ਤੋਂ 2 ਸੈਕਿੰਡ ਤੁਸੀਂ ਸਮਝਣ ਨੂੰ, ਕੁਐਸਚਨ ਆਨਸਰ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਵੀਡੀਓ ਨੂੰ ਰੋਕ ਲਿਆ ਕਰੋ ਤੇ ਆਪ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਅਗਰ ਤੁਸੀਂ ਪੂਰੀ ਵੀਡੀਓ ਦੇਖ ਲੈਂਦੇ ਹੋ, ਆਈ ਡੋਂਟ ਥਿੰਕ ਸੋ ਤੁਹਾਨੂੰ ਕੋਈ ਵੀ ਕੁਐਸਚਨ ਸੋਲਵ ਕਰਨਾ ਜਾਂ ਉਸਦਾ ਆਨਸਰ ਕਰਨਾ ਕੁਛ ਡਿਫਿਕਲਟ ਲੱਗਦਾ ਹੋਏਗਾ। ਫਸਟ ਕੁਐਸਚਨ ਹੈ, ਕਹਿੰਦੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਹੋਰਨਾਂ ਨਾਲ ਜਿਹੜੇ ਵੀ ਹੋਰਨਾਂ ਕਿਰਿਆ ਦੇ ਨਾਲ ਜਿਹੜੇ ਸ਼ਬਦ ਸੰਬੰਧ ਪ੍ਰਗਟ ਕਰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। ਹੁਣੇ ਆਪਾਂ ਡੈਫੀਨੇਸ਼ਨ ਪੜ੍ਹੀ ਸੀ ਕਿਸ ਦੀ? ਕਾਰਕ ਦੀ। ਕਿ ਕਾਰਕ ਕੀ ਕਰਦਾ ਹੈ ਕਿ ਨਾਂਵ ਤੇ ਵਾਕ ਦੇ ਨਾਂਵ ਤੇ ਪੜਨਾਂਵ ਦਾ ਸੰਬੰਧ ਦੂਸਰੀਆਂ ਕਿਰਿਆਵਾਂ ਦੇ ਨਾਲ ਸ਼ੋ ਕਰਦਾ ਹੈ, ਉਸਨੂੰ ਕੀ ਕਿਹਾ ਜਾਂਦਾ ਹੈ? ਉਸਨੂੰ ਸਾਡਾ ਕਾਰਕ ਕਿਹਾ ਜਾਂਦਾ ਹੈ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਸੋ ਨੈਕਸਟ ਕੁਐਸਚਨ ਹੈ, ਕਹਿੰਦੇ ਵਾਕ ਵਿੱਚ ਕਾਰਕ ਚਿੰਨ੍ਹ ਕਿਹਨਾਂ ਰਾਹੀਂ ਪ੍ਰਗਟ ਹੁੰਦੇ ਨੇ? ਮੈਂ ਪਹਿਲਾਂ ਦੱਸਿਆ ਸੀ ਕਿ ਕਾਰਕ ਚਿੰਨ੍ਹ ਕਿਹਨਾਂ ਨੂੰ ਕਿਹਾ ਜਾਂਦਾ ਹੈ? ਜੋ ਕੀ ਪ੍ਰਗਟ ਕਰਦੇ ਨੇ? ਸੰਬੰਧ ਪ੍ਰਗਟ ਕਰਦੇ ਨੇ। ਤਾਂ ਆਨਸਰ ਕੀ ਹੋਏਗਾ? ਸੰਬੰਧਕਾਂ ਰਾਹੀਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਸੰਬੰਧਕ ਹੀ ਕੀ ਕਹਿਲਾਉਂਦੇ ਨੇ? ਕਾਰਕ ਚਿੰਨ੍ਹ ਕਹਿਲਾਉਂਦੇ ਨੇ। ਸੰਬੰਧਕ ਕੀ ਕਹਿਲਾਉਂਦੇ ਨੇ? ਕਾਰਕ ਚਿੰਨ੍ਹ ਕਹਿਲਾਉਂਦੇ ਨੇ। ਸੋ ਸਾਡਾ ਨੈਕਸਟ ਹੈ ਜੀ, ਕਹਿੰਦੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਸੰਬੰਧ ਜਿਨ੍ਹਾਂ ਸੰਬੰਧਕਾਂ ਰਾਹੀਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹੀ ਕੁਐਸਚਨ ਨੂੰ ਥੋੜਾ ਉਲਟ ਕਰਕੇ ਪੁੱਛ ਲਿਆ, ਰਿਵਰਸ ਕਰਕੇ ਪੁੱਛ ਲਿਆ। ਪਹਿਲਾਂ ਪੁੱਛਿਆ ਕਿ ਕਾਰਕ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ, ਹੁਣ ਪੁੱਛਿਆ ਕਿ ਸੰਬੰਧਕਾਂ ਨੂੰ ਕੀ ਕਿਹਾ ਜਾਂਦਾ ਹੈ। ਤਾਂ ਤੁਸੀਂ ਯਾਦ ਰੱਖਣਾ ਹੈ, ਅਗਰ ਪੁੱਛ ਲਿਆ ਜਾਵੇ ਕਾਰਕ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ, ਆਨਸਰ ਕਰੋਗੇ ਸੰਬੰਧਕ ਕਿਹਾ ਜਾਂਦਾ ਹੈ। ਅਗਰ ਪੁੱਛਿਆ ਜਾਵੇ ਕਿ ਉਹਨਾਂ ਸੰਬੰਧਕਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਨਸਰ ਕੀ ਕਰੋਗੇ? ਉਹਨਾਂ ਨੂੰ ਕਾਰਕ ਚਿੰਨ੍ਹ ਕਿਹਾ ਜਾਂਦਾ ਹੈ। ਆਪਸ਼ਨ ਬੀ ਇਜ਼ ਆ ਰਾਈਟ ਆਨਸਰ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਤਾਂ ਐਗਜ਼ਾਮੀਨਰ ਦਾ ਮੋਸਟ ਫੇਵਰੇਟ ਕੁਐਸਚਨ ਹੈ
कि कारक किन्ने तरीके दे हुंदे ने। तो इस क्वेश्चन का आंसर तुसी खुद बहुत ईजीली कर सकते हो वीडियो नूं देख के कि है जी ऑप्शन सी इज़ अ राइट आंसर। कारक 8 तरीके दे हुंदे ने, नाम 5 दे, पड़नाम 6 दे, विस्मिक 9 दे ते कारक 8 तरीके दे हुंदे ने। नैक्सट है कहंदे वाक विच कर्म कम करन वाले नाम ਜਾਂ ਪੜਨਾਮ ਨੂੰ ਕੀ ਕਿਹਾ ਜਾਂਦਾ ਹੈ। ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰ ਦਿਓ ਪਹਿਲਾਂ ਹੀ ਕਿ ਨਾਮ ਦੇ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ, ਕਰਤਾ ਕਾਰਕ ਕਿਹਾ ਜਾਂਦਾ ਹੈ। ਆਪਸ਼ਨ ਏ ਇਜ਼ ਅ ਰਾਈਟ ਆਨਸਰ। ਸੋ ਨੈਕਸਟ ਕੁਐਸਚਨ ਹੈ ਜੀ ਸਾਡਾ ਕਹਿੰਦੇ ਅਸ਼ੋਕ ਫੁੱਟਬਾਲ ਖੇਡਦਾ ਹੈ, ਵਾਕ ਵਿੱਚ ਕਰਤਾ ਕੌਣ ਹੈ। ਕਰਤਾ ਮੈਂ ਆਲਰੇਡੀ ਦੱਸ ਚੁੱਕੀ ਹਾਂ ਜੋ ਵਾਕ ਦੇ ਵਿੱਚ ਕੰਮ ਕਰਦਾ ਹੈ। ਹੁਣ ਇਸ ਵਾਕ ਦੇ ਵਿੱਚ ਕੰਮ ਕੌਣ ਕਰਦਾ ਹੈ ਇਹ ਤੁਸੀਂ ਮੈਨੂੰ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਕਿ ਵਾਕ ਦੇ ਵਿੱਚ ਕੰਮ ਕੌਣ ਕਰ ਰਿਹਾ ਹੈ। ਸੋ ਨੈਕਸਟ ਹੈ ਕਹਿੰਦੇ ਕਹਿੰਦੇ ਵਾਕ ਵਿੱਚ ਕਾਰਕ ਲੱਭਣ ਲਈ ਹੋਰ ਕਿਹੜੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿੰਦੇ ਵਾਕ ਦੇ ਵਿੱਚ ਸਾਨੂੰ ਅਗਰ कारक ना लभे तो असीं किन्हां दी वरतों कर सकते हैं, असीं प्रश्न पूछ सकते हैं। की कर सकते हैं असीं प्रश्न पूछ के। सो आंसर की होएगा ऑप्शन सी इज़ अ राइट आंसर। प्रश्न पूछ के असीं कारकां दी पड़ताल कर सकते हैं जां कारक लभ सकते हैं। नैक्सट है कहंदे वाक दा किरिया, वाक विच किरिया दा जिस नाम जां पड़नाम उत्ते प्रभाव पवे। कहंदे वाक दे विच सुनो पहला समझो क्वेश्चन नूं। कहंदे वाक दे विच किरिया दा जिस नाम जां पड़नाम उत्ते प्रभाव पवे, नाम जां पड़नाम नूं छड्ड के जिस भी चीज़ दे उत्ते प्रभाव पैंदा है उसनूं की कहंदे ने, उसनूं कर्म कारक कहा जांदा है। ऑप्शन बी इज़ अ राइट आंसर। की कहा जांदा है, ऑप्शन बी इज़ अ राइट आंसर। नैक्सट है नैक्सट क्वेश्चन है जी साडा कहंदे वाक विच करता जिस नाम जां पड़नाम नूं साधन बना के काम करे उसनूं किहड़ा कारक कहा जांदा है। नाम जां पड़नाम नूं साधन बना के काम करे उसनूं कहा जांदा है करण कारक। ऑप्शन सी इज़ अ राइट आंसर। अगर तुहानूं इन्हां दी डेफिनेशनस आउंदियां ने तां तुसीं इन्हां दे आंसर बहुत ईजिली ते सिंपल वे दे विच कर सकदे हो। नैक्सट क्वेश्चन है कहंदे मैं पेंसिल नाल चिट्ठी लिखी है, वाक विच करण कारक। हुण किस नूं वरत के काम कीता जा रिहा है, पेंसिल नूं, ते जिस नूं वरत के काम कीता जांदा है उसनूं की कहा जांदा है, करण कारक कहा जाता है। जो आप पिछला क्वेश्चन किया सी वो भी यही पूछ रहा सी कि वाक दे विच जिसनूं वरत के काम किया जाता है, जिसनूं यूज करके काम किया जाता है उसनूं करण कारक कहा जाता है। तो इस दे विच करण कारक की है, तो आंसर होएगा ऑप्शन ए इज़ अ राइट आंसर। किसनूं यूज करके काम किया होया, पेंसिल नूं। ठीक है, सो पेंसिल नाल की हो गया साडा करण कारक कहलाउंदा है। नैक्सट है कहंदे वाक दा करता, क्वेश्चन पढ़ना पहला कहंदे वाक दा करता जिस नाम जां पड़नाम लई काम करे, कहंदे जिस नाम जां पड़नाम दे लई काम करे उसनूं किहड़ा कारक कहा जाता है। किस दे लई, जिस दे लई काम हुंदा है उसनूं संप्रदान कारक कहा जाता है। ऑप्शन डी इज़ अ राइट आंसर। नैक्सट क्वेश्चन है जी साडा कहंदे करतार सिंह सराभा ने देश की खातर जान कुर्बान कर दी, उस दे विच संप्रदान कारक की है। पहले क्वेश्चन दे विच मैं दस्सिया कि संप्रदान कारक हुंदा की है, जिस दे लई काम कीता जावे। हुण पुछिया उन्होंने कि संप्रदान कारक किहड़ा है। हुण इस वाक दे विच तुसीं देखो कि काम किस दे लई कीता गया। करतार सिंह सराभा ने जिहड़ी जान है वो किस दे लई दित्ती है, तां आंसर अपने आप आ जाएगा कि उन्होंने काम किया साडे देश दे लई। ठीक है, जिस दे लई काम किया जाता है उसनूं संप्रदान कारक कहा जाता है। ऑप्शन बी इज़ अ राइट आंसर। नैक्सट है कहंदे वाक विच जिस नाम जां पड़नाम तो किरिया दे काम दे शुरू होण जां उस किरिया दे वख होण दा पता लगे उसनूं की कहा जाता है। बहुत ईजी है, डेफिनेशनस तो ही तुहानूं पता लग्या होएगा। उसनूं ऑप्शन डी अपादान कारक कहा जाता है। ऑप्शन डी इज़ अ राइट आंसर। नैक्सट क्वेश्चन है नैक्सट क्वेश्चन है जी साडा कहंदे बलकार सिंह शहरों नहीं आया, वाक विच अपादान। मैं तुहानूं दस्सिया कि वाक दे विच जिन्हां शब्दां तो किस काम दे शुरू होण दा जां किरिया दे वख होण दा पता लगे उसनूं की कहंदे ने, उसनूं अपादान कारण कहंदे ने। हुण इत्थों शुरू कित्थों हो रहा, बलकार सिंह आया कित्थों है, शहरों। ठीक है, तां शहरों ऑप्शन बी इज़ अ राइट आंसर। नैक्सट है कहंदे वाक विच जिस नाम जां पड़नाम दा दूजे नाम जां पड़नाम उत्ते मालकी दा पता लगे। ठीक है, मालकी कौन दसदी है, मालकी साडी कौन दसेगी, इस चीज़ दा आंसर तुसीं मैनूं काहदे च दसोगे, कमेंट बॉक्स विच दसोगे, क्योंकि मैं सारी दी सारी डेफिनेशनस करवा चुकी हाँ कि मालकी दा सानूं कित्थों पता लगता है कि ये बलकार दी कार है। ठीक है, ये मेरा घर है,
ਇਸ ਮਾਲਕੀ ਦਾ ਜਿੰਨਾ ਸ਼ਬਦਾਂ ਤੋਂ ਪਤਾ ਲੱਗਦਾ ਹੈ ਉਸ ਨੂੰ ਕਿਹੜਾ ਕਾਰਕ ਕਿਹਾ ਜਾਂਦਾ ਹੈ। ਸਬੰਧ ਦੱਸਦੇ ਨੇ, ਹੁਣ ਤੁਸੀਂ ਆਪ ਹੀ ਦੱਸ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਆਨਸਰ ਕਰਕੇ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ। ਹੋਪਫੁਲੀ ਤੁਹਾਨੂੰ ਲੈਕਚਰ ਬਹੁਤ ਪਸੰਦ ਆਇਆ ਹੋਵੇਗਾ, ਤੇ ਅਗਰ ਲੈਕਚਰ ਪਸੰਦ ਆਉਂਦਾ ਹੈ ਤੇ ਤਾਂ ਫਿਰ ਲੈਕਚਰ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਇਸ ਤੋਂ ਇਲਾਵਾ ਆਪਣੀ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੀ ਹੈ। ਥੈਂਕ ਯੂ ਸੋ ਮਚ।